ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਗੁਰੂ ਗਰੀਬ ਨਿਵਾਜ। ਰਾਣਾ ਰਾਉ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨਾ ਬੰਦੈ ਤੀਰ। ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ। ਕੱਲੇ ਆਵੈ ਨਾਨਕਾ, ਸੱਦੇ ਉੱਠੀ ਜਾਹੇ। ਕੱਲੇ ਆਵੈ ਨਾਨਕਾ, ਸੱਦੇ ਉੱਠੀ ਜਾਹੇ। ਜੀ ਕੱਲਿਆਂ ਤੇ ਆਈਦੈ, ਸੱਦਿਆਂ ਤੇ ਜਾਣਾ ਪੈਂਦਾ। 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 ਕੱਲਿਆਂ ਤੇ ਆਈਦੈ, ਸੱਦਿਆਂ ਤੇ ਜਾਣਾ ਹੀ ਪੈਂਦਾ। ਕੱਲਿਆਂ ਤੇ ਆਈਦੈ, ਜਾਣਾ ਹੀ ਪੈਂਦਾ। ਉਹ ਸੱਦਿਆਂ ਤੇ ਜਾਣਾ ਹੀ ਪੈਂਦਾ। ਸੱਦਿਆਂ ਤੇ ਜਾਣਾ ਪੈਂਦਾ। ਸੱਦਿਆਂ ਤੇ ਜਾਣਾ ਪੈਂਦਾ। ਸੱਦਿਆਂ ਤੇ ਜਾਣਾ ਹੀ ਪੈਂਦਾ। ਸੱਦਿਆਂ ਤੇ ਜਾਣਾ ਹੀ ਪੈਂਦਾ। ਜਾਣਾ ਹੀ ਪੈਂਦਾ। ਸੱਦਿਆਂ ਤੇ ਜਾਣਾ ਹੀ ਪੈਂਦਾ। ਕੱਲਿਆਂ ਤੇ ਆਈਦੈ, ਸੱਦਿਆਂ ਤੇ ਜਾਣਾ ਪੈਂਦਾ। ਕੱਲਿਆਂ ਤੇ ਆਈਦੈ, ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਉੱਠ ਜਾਈਦਾ, ਸੱਦਿਆਂ ਤੇ ਜਾਣਾ ਹੀ ਪੈਂਦਾ। ਕੱਲੇ ਉੱਠ ਆਈਦਾ, ਸੱਦਿਆਂ ਤੇ ਜਾਣਾ ਹੀ ਪੈਂਦਾ। ਸੱਦਿਆਂ ਤੇ ਜਾਣਾ ਹੀ ਪੈਂਦਾ। ਕੱਲੇ ਉੱਠ ਆਈਦਾ, ਸੱਦਿਆਂ ਤੇ ਜਾਣਾ ਹੀ ਪੈਂਦਾ। ਜੇ ਹਾਜ਼ਰੀ ਲਿਖਿਆ, ਤੇਹਾ ਹੁਕਮ ਕਮਾਹੇ। ਕੱਲੇ ਆਵੈ ਨਾਨਕਾ, ਸਦੇ ਉਠੀ ਜਾਹੇ।
ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਦੈ ਧੀਰ। ਜਿਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਫਰੀਦਾ ਦਰਿਆਵੇ ਕੰਨੈ ਬਗਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਜੋ ਮਨ ਚਿਤਨਾ ਚੇਤੇ ਸਨ, ਸੇ ਗਾਲੀ ਰੱਬ ਕੀਆਂ। ਗੱਲਾਂ ਕੀਤੀਆਂ ਰੱਬ ਨੇ, ਗੱਲਾਂ ਕੀਤੀਆਂ। ਉਹ ਗੱਲਾਂ ਕੀਤੀਆਂ ਜੀ ਰੱਬ ਨੇ, ਗੱਲਾਂ ਕੀਤੀਆਂ। ਉਹ ਗੱਲਾਂ ਕੀਤੀਆਂ ਰੱਬ ਨੇ, ਗੱਲਾਂ ਕੀਤੀਆਂ। ਗੱਲਾਂ ਕੀਤੀਆਂ ਰੱਬ ਨੇ, ਗੱਲਾਂ ਕੀਤੀਆਂ। ਰੱਬ ਨੇ ਗੱਲਾਂ ਕੀਤੀਆਂ, ਰੱਬ ਨੇ ਗੱਲਾਂ ਕੀਤੀਆਂ। ਰੱਬ ਨੇ ਜੋ ਚਿਤ ਚੇਤੇ ਵੀ ਨਾ, ਰੱਬ ਨੇ ਗੱਲਾਂ ਕੀਤੀਆਂ। ਚਿਤ ਚੇਤੇ ਵੀ ਨਾ ਸੀ, ਰੱਬ ਨੇ ਗੱਲਾਂ ਕੀਤੀਆਂ। ਜੋ ਚਿਤ ਚੇਤੇ ਵੀ ਨਾ ਸੀ, ਰੱਬ ਨੇ ਗੱਲਾਂ ਕੀਤੀਆਂ। ਚਿਤ ਚੇਤੇ ਵੀ ਨਾ ਸੀ, ਰੱਬ ਨੇ ਗੱਲਾਂ ਕੀਤੀਆਂ। ਨਾ ਸੀ ਰੱਬ ਨੇ ਗੱਲਾਂ ਕੀਤੀਆਂ। ਚਿਤ ਚੇਤੇ ਵੀ ਨਾ ਸੀ, ਰੱਬ ਨੇ ਫਰੀਦਾ ਦਰਿਆਵੇ ਕੰਨੈ ਬਗਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋ, ਅਚਿੰਤੇ ਬਾਜ ਪਈ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ, ਸੇ ਗਾਲੀ ਰੱਬ ਕੀਆਂ। ਮਨਾ ਮੇਰਿਆ ਮਾਰ ਕੇ ਦੇਖ ਜਾਤੀ, ਕਈ ਰਾਜੇ ਤੇ ਕਈ ਵਜ਼ੀਰ ਤੁਰ ਗਏ। ਜਿਨ੍ਹਾਂ ਨਾਲ ਰਲ ਖੇਡਾਂ ਖੇਡੀਆਂ ਸਨ, ਕਈ ਭੈਣਾਂ ਨੂੰ ਛੱਡ ਕੇ ਵੀਰ ਤੁਰ ਗਏ। ਮਨਾ ਤੂੰ ਵੀ ਬਿਸਤਰਾ ਗੋਲ ਰੱਖੀ, ਤੇਰੇ ਨਾਲ ਦੇ ਕਈ ਸ਼ਰੀਰ ਤੁਰ ਗਏ। ਸੋ ਆਓ ਸਾਧ ਸੰਗਤ ਜੀ, ਆਈਏ ਜੋ ਵੀ ਜੀਵ ਇਸ ਸੰਸਾਰ ਤੇ ਆਇਆ, ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ। ਜਿਵੇਂ
ਇੱਕ ਕਿਸਾਨ ਦੇ ਹੱਥ ਹੋਇਆ ਕਰਦਾ ਵੀ ਉਹਨੇ ਫਸਲ ਬੀਜ ਲਈ ਹੈ, ਪੱਕੀ ਵੱਢਣੀ ਹੈ ਜਾਂ ਕੱਚੀ ਵੱਢਣੀ ਹੈ। ਉਹ ਇੱਕ ਕਿਸਾਨ ਦੇ ਹੱਥ ਹੋਇਆ ਕਰਦਾ ਹੈ। ਇਸੇ ਤਰ੍ਹਾਂ ਆਪਾਂ ਸਾਰੇ ਇੱਕ ਮਹਾਰਾਜ ਜੀ ਇਹਦੀਆਂ 10 ਅਵਸਥਾ ਲਿਖਦੇ ਨੇ। ਤੀਜੇ ਭਇਆ ਭਾਬੀ ਵਿਚਾਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਾਹ, ਦਸਵੇਂ ਦੱਦਾ ਹੋਆ ਸਵਾ, ਗਏ ਸੰਗੀਤ ਹੋਇਓ, ਮੇਰੀ ਮੇਰੀ ਕਰਤੇ ਜਨਮ ਖੋਇਓ। ਕਿਤੇ ਮਹਾਰਾਜ ਜੀ ਇਹਦੀਆਂ ਇਸ ਤਰ੍ਹਾਂ ਅਵਸਥਾ ਲਿਖਦੇ ਨੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਇਸੇ ਸਰੀਰ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 10 ਹਿੱਸਿਆਂ ਦੇ ਵਿੱਚ ਵੰਡਿਆ ਹੈ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਲਿਖਿਆ ਨੇ। ਸੋ ਜਿਵੇਂ ਉਹ ਪਰਮੇਸ਼ਰ ਨੂੰ ਪਾਉਂਦਾ ਹੈ, ਉਹਨੇ ਬਚਪਨ ਦੇ ਵਿੱਚ ਲੈ ਕੇ ਜਾਣਾ ਜਾਂ ਜਵਾਨੀ ਦੇ ਵਿੱਚ ਲੈ ਕੇ ਜਾਣਾ ਜਾਂ ਫਿਰ ਬੁਢੇਪੇ ਦੇ ਵਿੱਚ ਲੈ ਕੇ ਜਾਣਾ। ਮਹਾਰਾਜ ਕਹਿੰਦੇ ਇਹ 2 ਗੱਲਾਂ ਛੁਪਾ ਕੇ ਰੱਖੀਆਂ ਨੇ ਮਹਾਰਾਜ ਨੇ, ਇੱਕ ਜੰਮਣਾ ਇੱਕ ਮਰਨਾ। ਇਸ ਜੀਵ ਨੇ ਪੈਦਾ ਕਦੋਂ ਹੋਣਾ ਤੇ ਮਰਨਾ ਕਦੋਂ ਹੈ, ਉਹ ਪਰਮੇਸ਼ਰ ਵਾਹਿਗੁਰੂ ਪਹਿਲਾਂ ਲਿਖ ਲੈਂਦਾ, ਪਰ ਸਾਥੋਂ ਛੁਪਾ ਕੇ ਰੱਖਦਾ। ਮਹਾਰਾਜ ਕਹਿੰਦੇ ਕਦੋਂ ਇਸ ਨੂੰ ਪੈਦਾ ਕਰਨਾ ਔਰ ਕਦੋਂ ਇਹਨੂੰ ਮਿਟਾ ਦੇਣਾ, ਤੇ ਉਹ ਮਹਾਰਾਜ ਕਹਿੰਦੇ ਉਹਦੇ ਮੰਤਰ ਨੂੰ ਕੋਈ ਹੋਰ ਨਹੀਂ ਜਾਣ ਸਕਦਾ। ਤੇ ਸਾਧ ਸੰਗਤ ਜੀ, ਇਸ ਬੱਚੇ ਦੀ ਅੰਤਮ ਅਰਦਾਸ ਸੁਜੜ ਵਿੱਚ ਬੈਠੇ ਹੋ। ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕੋਈ ਅੱਗੋਂ ਚਲਿਆ ਜਾਂਦਾ ਹੈ, ਕੋਈ ਬਾਅਦ ਵਿੱਚ ਚਲਿਆ ਜਾਂਦਾ, ਪਰ ਜਿਹੜੀ ਚੀਜ਼ ਇੱਥੇ ਉਪਜ ਗਈ, ਪੈਦਾ ਹੋ ਗਈ, ਉਹਨੇ ਇਸ ਸੰਸਾਰ ਤੋਂ ਚਲੇ ਜਾਣਾ। ਭਾਵੇਂ ਉਹ ਪਹਿਲਾਂ ਚਲਿਆ ਜਾਵੇ ਕੋਈ, ਪਰ ਭਾਣਾ ਹਰ ਇੱਕ ਦੇ ਮੰਨਣ ਦੇ ਵਿੱਚ ਨਹੀਂ ਆਇਆ ਕਰਦਾ। ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਨੇ ਭਾਣਾ ਮੰਨਿਆ ਗੁਰੂ ਦਾ, ਕਿਉਂਕਿ ਇਹ ਬੱਚੇ ਦਾ ਪ੍ਰੇਮ ਸਾਰਿਆਂ ਨਾਲ ਵੱਧ ਮਾਤਾ ਨਾਲ ਹੋਇਆ ਕਰਦਾ ਹੈ। ਮਾਤਾ ਦਾ ਜਿਹੜਾ ਇਹ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ, ਮਾਤਾ ਪਿਤਾ ਦੇ ਹੁੰਦਿਆਂ ਪਹਿਲਾਂ ਪੁੱਤਰਾਂ ਨੇ ਚਲੇ ਜਾਣਾ, ਇਹ ਵਿਛੋੜਾ ਕਿਉਂਕਿ ਜਿੰਨੀ ਆਰਜੂ ਭਾਵੇਂ ਲੱਖ ਬਹਾਨੇ ਬਣ ਸਕਦੇ ਨੇ, ਲੱਖ ਬਹਾਨੇ ਬਣ ਜਾਂਦੇ ਨੇ ਸਾਧ ਸੰਗਤ ਦੀ, ਪਰ ਜਦੋਂ ਸਮਾਂ ਆ ਗਿਆ ਉਹ ਪਰਮੇਸ਼ਰ ਨੇ ਲੈ ਜਾਣਾ। ਹਾਂ, ਜੇ ਸਮਾਂ ਨਹੀਂ ਆਇਆ, ਭਾਵੇਂ ਸਰੀਰ ਨੂੰ ਕੁਝ ਮਰਜ਼ੀ ਹੋ ਜਾਵੇ, ਵੱਡੇ ਤੋਂ ਵੱਡੇ ਕੈਂਸਰ ਵਰਗੇ ਰੋਗ ਵੀ ਲੋਟ ਹੋ ਜਾਂਦੇ ਨੇ, ਜੇ ਉਹ ਪਰਮੇਸ਼ਰ ਵਾਹਿਗੁਰੂ ਨੇ ਨਹੀਂ ਲੈ ਕੇ ਜਾਣਾ, ਵੱਡੇ ਵੱਡੇ ਰੋਗ ਲੋਟ ਹੋ ਜਾਂਦੇ ਨੇ। ਹਾਂ, ਜੇ ਲੈ ਹੀ ਜਾਣਾ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਮਹਾਰਾਜ ਦੀ ਬਾਣੀ ਇਉਂ ਵਾਰ-ਵਾਰ ਸਮਝਾ ਰਹੀ ਹੈ, ਭਾਵੇਂ ਕੋਈ ਰਾਜਾ, ਭਾਵੇਂ ਆਪੋ ਆਪਣੀ ਵਾਰੀ ਇਸ ਸੰਸਾਰ ਤੋਂ ਚਲਿਆ ਜਾਣਾ। ਸਾਰੇ ਪੜ੍ਹੋ ਪਿਆਰ ਨਾਲ। ਇੱਥੇ ਰਿਹਾ ਨਾ ਰਾਜਾ ਰਾਣਾ, ਇੱਕ ਦਿਨ ਸਭ ਨੇ ਤੁਰ ਜਾਣਾ। ਇੱਥੇ ਰਿਹਾ ਨਾ ਰਾਜਾ ਰਾਣਾ, ਇੱਕ ਦਿਨ ਸਭ ਨੇ, ਇੱਕ ਦਿਨ ਸਭ ਨੇ ਤੁਰ ਜਾਣਾ, ਸਭ ਨੇ ਤੁਰ ਜਾਣਾ, ਇੱਕ ਦਿਨ ਸਭ ਨੇ ਤੁਰ ਜਾਣਾ। ਇੱਕ ਦਿਨ ਸਭ ਨੇ
कल चलिया जावे। किसे लिखारी लिखदा है, मना मेरिया मार के देख झाती, कई राजे ते कई वजीर तुर गए। तू एक बार वेख सी इस सृष्टि वाल नूं, वो वड्डे वड्डे राजे महाराजे तुरे जांदे ने। मना मेरिया मार के देख झाती, कई राजे ते कई वजीर तुर गए। जिन्हां नाल रल खेडां खेडियां सन, कई भैणां नूं छड्ड के वीर तुर गए। मना मेरिया तुम ही बिस्तरा गोल रखी, तेरे नाल दे कई शरीर तुर गए। आपां किहड़ा बैठे रहना जे वो बच्चा छोटा चलिया गया। ये सनेहे होया करते ने भी जब छोटी उम्रे एक बच्चा जा सकता है तो आपां किहड़ा इत्थे बैठे रहना। एक दिन ऐसा ही समा आवेगा, साडा भी संस्कार होवेगा। इसे तरह अंतम अरदासां होणगियां। कोई इस जिंदगी नूं समझ जांदा है और कई एक नालों सब सोझी आई, एक फिरदे बेपरवाह। कईयां नूं समझ लग जाती है भी हाँ मना तैं भी इस संसार तो चले जाना। कई बेपरवाह तुरे फिरदे ने। जिवें धन गुरु नानक देव साहब पातशाह महाराज जी जागत जलंदे नूं तारदे तारदे कथू नंगल शहर दे विच जांदे ने, नगर दे विच जांदे ने। और गुरु नानक देव पातशाह महाराज जी रोज़ इसे तरह सतसंग हुंदा है। और उसे सतसंग दे विच एक छोटा जिहा बच्चा, छोटी उम्र का बच्चा रोजाना गुरु नानक साहब पातशाह महाराज जी की संगत करदा है। और सारिਆਂ नालों पहला आके गुरु नानक पातशाह महाराज जी के चरणों ते बह जांदा है। भाई मरदाना जी कीर्तन करते ने और सारी संगत जुड़ती है। समय दीवान समाप्ति होंदी है, सतसंग की समाप्ति होंदी है, सारी संगत चली जाती है। ते ओ छोटा बच्चा सारिਆਂ नालों पहला आके बहिंदा ते सारिਆਂ नालों बाद विच जाके अब सारी संगत चली जाती है, सारिਆਂ नालों बाद विच उठदा है। गुरु नानक पातशाह महाराज जी पूछन लगे कि पुत्र तेरा नाम की है? तू सारिਆਂ नालों पहला आके इस सतसंग विच बहना ते सारिਆਂ नालों बाद विच जाना है। तो वह हस के कहन लगे, गुरु नानक पातशाह महाराज जी के चरणों ते हाथ जोड़ के बेनती करन लग्या, महाराज मैनू इन्नी क सोझी आ गई है कि उम्र उहां विच लेखे दे जो याद साईं दी गुजरे। साडी ओही उम्र लेखे दे विच है जिहड़ी वो परमेश्वर प्यारे दी याद विच जुड़ के निकल जाती है। उम्र उहां विच लेखे दे जो याद साईं दी गुजरे पैंदी मुजरे। महाराज गुरु नानक पातशाह महाराज जी नूं हाथ जोड़ के बेनती करन लग्या। वो छोटा जिहा बच्चा कहन लगे, महाराज जी मैनू इन्ना क इलम हो चुकिया है, इन्ना क मैनू पता लग गया है, इन्ना क मैनू ज्ञान हो चुकिया है भी साडी ओही उम्र लेखे दे विच है जिहड़ी परमेश्वर दा नाम जपदे आ वो निकल जाती है। उम्र वो याद दे विच निकलदी है परमेश्वर दी। गुरु नानक पातशाह महाराज जी कहन लगे भी तेरी उम्र तो बड़ी छोटी है पर तेरियां जिहड़ियां गल्लां ने बड़ियां सियाणे बड़े बाबियां वर्गियां ने। ते कहन लगे भी दस खां तैनूं ये लगन कित्थों लगी है, तैनूं किवें ये ज्ञान कित्थों होया है। ते जिवें आप जी ने बड़ी बार ये गल्लां सुनिया भी ने। वो छोटा जिहा बच्चा कहन लग्या, महाराज जी मैनू मेरी माता ने एक अग जलाउण लई चुल्हे विच कहा
ਮਾਤਾ ਨੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਸੀ। ਮੈਨੂੰ ਚੁੱਲ੍ਹੇ ਵਿੱਚ ਅੱਗ ਜਲਾਉਣ ਲਈ ਕਿਹਾ ਗਿਆ ਔਰ ਮੈਂ ਜਦੋਂ ਵੇਖਿਆ, ਮੈਂ ਮਾਤਾ ਜੀ ਨੂੰ ਵੇਖਿਆ ਵੀ ਮਾਤਾ ਜੀ ਕਹਿਣ ਲੱਗੇ ਵੀ ਚੱਲ ਮੈਂ ਜਦ ਤੱਕ ਆਟਾ ਜਲ ਪਾਣੀ ਤਿਆਰ ਕਰਦੀ ਹਾਂ ਤਦ ਤੱਕ ਤੂੰ ਚੁੱਲ੍ਹੇ ਦੇ ਵਿੱਚ ਅੱਗ ਜਲਾ ਦੇ। ਉਹ ਚੁੱਲ੍ਹੇ ਵਿੱਚ ਅੱਗ ਜਲਾਉਣ ਲੱਗਿਆ, ਬੜੀਆਂ ਵੱਡੀਆਂ ਵੱਡੀਆਂ ਲੱਕੜਾਂ ਚੁੱਲ੍ਹੇ ਦੇ ਵਿੱਚ ਲਾ ਦਿੰਦਾ। ਉਹ ਜਦੋਂ ਅੱਗ ਲਾਉਂਦਾ, ਅੱਗ ਲੱਗਦੀ ਨਹੀਂ, ਬੁਝ ਜਾਂਦੀ ਹੈ। ਇਤਨੇ ਨੂੰ ਮਾਤਾ ਆਈ, ਪੁੱਤਰ ਤੂੰ ਇਹ ਕੀ ਕਰ ਰਿਹਾ ਹੈ? ਵੱਡੀਆਂ ਵੱਡੀਆਂ ਲੱਕੜਾਂ ਨੂੰ ਕਦੇ ਛੇਤੀ ਅੱਗ ਨਹੀਂ ਲੱਗਿਆ ਕਰਦੀ, ਪਹਿਲਾਂ ਆ ਛੋਟੀਆਂ ਛੋਟੀਆਂ ਛਿਟੀਆਂ ਲਾ। ਉਹ ਛਿਟੀਆਂ ਨੂੰ ਅੱਗ ਲਾਉਂਦਾ, ਬਹਿੰਦੇ ਅੱਗ ਚੜ੍ਹ ਜਾਂਦੀ ਹੈ। ਸਮਝ ਗਿਆ ਉੱਥੋਂ ਮਹਾਰਾਜ ਜੀ, ਮੈਨੂੰ ਇਤਨੇ ਨੂੰ ਗਿਆਨ ਹੋ ਗਿਆ ਵੀ ਜਿਵੇਂ ਛੋਟੀਆਂ ਛੋਟੀਆਂ ਵੱਡੀਆਂ ਲੱਕੜਾਂ ਨੂੰ ਪਹਿਲਾਂ ਅੱਗ ਲਾਈ, ਉਹਨਾਂ ਨੂੰ ਅੱਗ ਨਹੀਂ ਚੜ੍ਹੀ। ਜਦੋਂ ਛੋਟੀਆਂ ਛੋਟੀਆਂ ਉਸ ਚੁੱਲ੍ਹੇ ਦੇ ਵਿੱਚ ਲੱਕੜਾਂ ਲਾਈਆਂ, ਛਿਟੀਆਂ ਲਾਈਆਂ, ਉਹਨਾਂ ਨੂੰ ਪਹਿਲਾਂ ਅੱਗ ਲੱਗ ਗਈ, ਬੜੀ ਛੇਤੀ ਅੱਗ ਚੜ੍ਹ ਗਈ। ਮਹਾਰਾਜ ਜੀ ਇਤਨੇ ਨੂੰ ਮੈਨੂੰ ਗਿਆਨ ਹੋਇਆ, ਪਤਾ ਨਹੀਂ ਕਦੋਂ, ਇਹ ਨਹੀਂ ਪਤਾ ਪਰਮੇਸ਼ਰ ਦੀ ਖੇਡ ਦਾ ਵੀ ਕਿਤੇ ਛੋਟੀਆਂ ਉਮਰਾਂ ਵਾਲੇ ਪਹਿਲਾਂ ਚਲੇ ਜਾਣ ਇਸ ਸੰਸਾਰ ਤੋਂ। ਮਹਾਰਾਜ ਜੀ ਜਿਵੇਂ ਵੱਡੀਆਂ ਲੱਕੜਾਂ ਨੂੰ ਪਹਿਲਾਂ ਅੱਗ ਨਹੀਂ ਲੱਗੀ, ਉਹ ਛੋਟੀਆਂ ਛੋਟੀਆਂ ਛਿਟੀਆਂ ਨੂੰ ਪਹਿਲਾਂ ਅੱਗ ਚੜ੍ਹ ਗਈ। ਇਤਨੇ ਨੂੰ ਗਿਆਨ ਹੋਇਆ, ਮਹਾਰਾਜ ਜੀ ਪਤਾ ਨਹੀਂ ਅਸੀਂ ਵੀ, ਮੈਂ ਛੋਟੀ ਉਮਰ ਦੇ ਵਿੱਚ ਹੀ ਚਲਿਆ ਜਾਵਾਂ ਕਿਤੇ ਇਸ ਦੁਨੀਆ ਤੋਂ, ਖਾਲੀ ਹੱਥੀ ਨਾ ਚਲਿਆ ਜਾਵਾਂ, ਨਾਮ ਦਾ ਖਜ਼ਾਨੇ ਤੋਂ ਬਿਨਾਂ ਨਾ ਚਲੇ ਜਾਵਾਂ, ਤਾਂ ਮੈਂ ਸਤਸੰਗ ਵੱਧ ਤੋਂ ਵੱਧ ਕਰਦਾ। ਮਹਾਰਾਜ ਜੀ ਵੀ ਕਹਿੰਦੇ ਉਮਰ ਉਹਾਂ ਵਿੱਚ ਲੇਖੇ ਦੇ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਹ ਵਿੱਚ ਨੀਲੇ ਗੁਜਰੇ ਸ਼ਾਮ ਦੇ ਫਜਰੇ। ਪਤਾ ਨਹੀਂ ਕਦੋਂ ਇਸ ਜ਼ਿੰਦਗੀ ਦਾ ਕਿਸ ਮੋੜ ਉੱਤੇ ਇਹਦੀ ਰਾਤ ਪੈ ਜਾਣੀ ਹੈ, ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਦਿਨ ਤੇ ਰਾਤ ਸੌਂ ਕੇ ਲੰਘਾ ਲਈ ਜਾਂਦੀ ਹੈ, ਦਿਨ ਖਾ ਕੇ ਲੰਘਾ ਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਕਿਤੇ ਇਹ ਨਾ ਹੋਵੇ ਕਿਤੇ ਰਾਤ ਤੇਰੀ ਕਿਹੜੇ ਮੋੜ ਉੱਤੇ ਸ਼ਾਮ ਪੈ ਜਾਵੇ, ਤੇਰੀ ਜ਼ਿੰਦਗੀ ਦੀ ਰਾਤ ਪੈ ਜਾਵੇ, ਤੂੰ ਸਦਾ ਵਾਸਤੇ ਇਸ ਦੁਨੀਆ ਤੋਂ ਸੌਂ ਜਾਵੇ। ਕਿਸੇ ਨੂੰ ਪਤਾ ਵੀ ਕਿਵੇਂ ਕਿੱਥੇ ਮਰਨਾ, ਕਿਸੇ ਨੂੰ ਕੋਈ ਸਮਾਂ ਯਾਦ ਹੈ ਵੀ ਅਸੀਂ ਇਸ ਥਾਂ ਤੇ ਮਰਨਾ ਹੈ, ਇਸ ਕਾਰਨ ਕਰਕੇ ਮਰਨਾ ਹੈ। ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ, ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ। ਕਿਤੇ ਆਪਣੇ ਕੋਲੋਂ ਤਾਂ ਨਹੀਂ, ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਕਿਆ ਜਾਣਾ ਕਿਵ ਮਰਹੇਂਗੇ। ਕਿਸੇ ਨੂੰ ਕੋਈ ਨਹੀਂ ਪਤਾ ਵੀ ਕਦੋਂ ਮਰਨਾ ਹੈ। ਕਿਆ ਜਾਣਾ ਕਿਵ ਮਰਹੇਂਗੇ, ਕਦੋਂ ਮਰਨਾ ਹੈ, ਕੈਸਾ ਮਰਨਾ ਹੋਏ। ਸਾਡਾ ਇਸ ਸੰਸਾਰ ਤੋਂ ਜਾਣਾ ਕਿਸ ਕਰਕੇ ਹੈ, ਕਿਵੇਂ, ਕਿਹੜਾ ਕਾਰਨ ਬਣਨਾ ਹੈ। ਜਿਵੇਂ ਆਪ ਜੀ ਵੇਖਦੇ ਹੋ ਉਸ ਬੱਚੇ ਨਾਲ ਕਿਹੜਾ ਕਾਰਨ ਬਣਿਆ, ਕਿਸੇ ਨੂੰ ਪਤਾ ਸੀ? ਉਸ ਬੱਚੇ ਨੂੰ ਪਤਾ ਸੀ ਵੀ ਮੈਂ ਮਹੀਨੇ ਬਾਅਦ ਇਸ ਦੁਨੀਆ ਤੇ ਨਹੀਂ ਹੋਣਾ, ਕਿਸੇ ਨੂੰ ਨਹੀਂ ਪਤਾ। ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ। ਪਰ ਮਹਾਰਾਜ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸਹਿਲਾ ਮਰਨਾ ਹੋਏ, ਜਦੋਂ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਤੇਰੇ ਅੰਦਰ ਹੋਵੇਗਾ, ਉਹ ਨਾਮ ਦੇ ਜਪਦੇ ਜਪਦਾ ਇਸ ਸੰਸਾਰ ਤੋਂ ਜਾਵੇਂਗਾ। ਮਹਾਰਾਜ ਕਹਿੰਦੇ ਤੇਰਾ ਸਹਿਲਾ ਮਰਨਾ ਹੋ ਸਕਦਾ ਹੈ। ਸਹਿਲਾ ਤੈਨੂੰ ਗਾਂਹ ਜਾ ਕੇ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਧੱਕੇ ਨਹੀਂ ਪੈਣਗੇ। ਰੇ ਰੇ ਦਰਗਹਿ ਕਹੈ ਨਾ ਕੋ ਆ, ਕਿੱਥੇ ਮਰ ਜਾਣਾ, ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕਿਸੇ ਨੂੰ ਕੋਈ ਨਹੀਂ ਪਤਾ ਵੀ ਅਸੀਂ ਇਸ ਸੰਸਾਰ ਤੋਂ ਕਿਹੜੇ ਸਮੇਂ ਕਿੱਥੇ ਮਰਨਾ ਹੈ। ਮਹਾਰਾਜ ਦੀ ਬਾਣੀ ਅਟਲ ਸਚਾਈ ਹੈ, ਕਿਉਂਕਿ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਜੇ ਤੂੰ ਇਸ ਸੰਸਾਰ ਤੇ ਆਇਆ, ਸਾਰਿਆਂ ਨਾਲੋਂ ਪਹਿਲਾਂ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਮਰਨਾ ਕਬੂਲ ਲੈ, ਕਿਉਂਕਿ ਪਤਾ ਨਹੀਂ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਹੋ ਸਵਨ ਕੀ ਰੇਨਕਾ ਤੋ ਆਓ ਹਮਾਰੇ ਪਾਸ।
ਮਹਾਰਾਜ ਕਹਿੰਦੇ ਮਰਨਾ ਕਬੂਲਣਾ ਪੈਂਦਾ ਜੇ ਇਸ ਜ਼ਿੰਦਗੀ ਨੂੰ, ਇਸ ਜੀਵਨ ਨੂੰ ਸਹੀਲਾ ਬਣਾਉਣਾ। ਮਹਾਰਾਜ ਇਉਂ ਆਖਦੇ ਨੇ ਬਾਣੀ ਅੰਦਰ ਸਾਰੇ ਬਣ ਜੀ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। ਜੀਵਨ ਦੀਆਂ ਛੱਡ ਦੇ ਆਸਾਂ, ਜੀਵਨ ਦੀਆਂ ਛੱਡ ਦੇ ਆਸਾਂ, ਛੱਡ ਦੇ ਆਸਾਂ, ਜੀਵਨ ਦੀਆਂ ਛੱਡ ਦੇ ਆਸਾਂ। ਜੀਵਨ ਦੀਆਂ ਛੱਡ ਦੇ ਆਸਾਂ, ਜੀਵਨ ਦੀਆਂ ਛੱਡ ਦੇ ਆਸਾਂ। ਜੀ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ, ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। ਆਓ ਹਮਾਰੇ ਪਾਸ। ਮਹਾਰਾਜ ਕਹਿੰਦੇ ਪਹਿਲਾਂ ਮਰਨਾ ਕਬੂਲ ਲੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਜਿਉਣ ਦੀ ਆਸ ਛੱਡ ਦੇ। ਮਹਾਰਾਜ ਕਹਿੰਦੇ ਫਿਰ ਇਸ ਪਰਮੇਸ਼ਰ ਦੇ ਵਾਹਿਗੁਰੂ ਦੇ ਰਾਹ ਵੱਲ ਨੂੰ ਆਈ। ਹੋ ਸਵਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਿਉਂਕਿ ਮਹਾਰਾਜ ਕਹਿੰਦੇ ਜਿਹੜੀ ਚੀਜ਼ ਇੱਥੇ ਉਪਜਦੀ ਹੈ ਨਾ, ਭਾਵੇਂ ਉਹ ਕੋਈ ਜੀਵ ਜੰਤ ਹੈ, ਭਾਵੇਂ ਅਸੀਂ ਮਨੁੱਖੀ ਸਰੀਰ ਕਰਕੇ ਆ, ਭਾਵੇਂ ਕੋਈ 84 ਲੱਖ ਜੂਨਾਂ ਨੇ ਕੋਈ ਚੀਜ਼ ਇਸ ਸੰਸਾਰ ਦੇ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਜਿਹੜੀ ਚੀਜ਼ ਕੇਰਾ ਪੈਦਾ ਹੋ ਗਈ ਇਸ ਸੰਸਾਰ ਤੇ, ਉਹਨੇ ਜੇ ਕੋਈ ਉਪਜਦਾ ਤੇ ਉਹਨੇ ਬਿਨਸਣਾ ਵੀ ਹੈ, ਇੱਕ ਦਿਨ ਖਤਮ ਵੀ ਹੋਣਾ ਹੈ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ ਸ਼ਾ। ਮਹਾਰਾਜ ਕਹਿੰਦੇ ਇਸ ਜੰਜਾਲਾਂ ਨੂੰ ਛੱਡ ਕੇ ਜਦੋਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ, ਜਿਹੜੀ ਚੀਜ਼ ਕੇਰਾ ਇਸ ਸਰੀਰ ਨੂੰ ਸਾਂਭ ਰੱਖੀ ਜਾਵੇਂਗਾ, ਤੈਨੂੰ ਇਹ ਪਤਾ ਨਹੀਂ ਵੀ ਇਹਨੇ ਕਦੋਂ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਸ ਸਾਰਿਆਂ ਜੰਜਾਲਾਂ ਨੂੰ ਛੱਡ ਕੇ ਉਹ ਵਾਹਿਗੁਰੂ ਦਾ ਨਾਮ ਜਪ, ਤਾਂ ਜੋ ਤੇਰਾ ਹੁੰਦਾ ਹੈ ਹਰ ਇੱਕ ਉਹ ਪਰਮੇਸ਼ਰ ਦੇ ਭਾਣੇ ਨੂੰ ਨਹੀਂ ਮੰਨ ਸਕਦਾ। ਸੋ ਆਪ ਸੰਗਤਾਂ ਸਾਰੀਆਂ ਭਲੀ ਪ੍ਰਕਾਰ ਜਾਣੋ ਕਿਵੇਂ ਉਸ ਬੱਚੇ ਦੀ ਦਰਦਨਾਕ ਮੌਤ ਹੁੰਦੀ ਹੈ। ਮਾਂ ਦੇ ਵਿੱਚ ਇਹ ਲਾਲਸਾ ਹੁੰਦੀ ਹੈ, ਹਰ ਇੱਕ ਮਾਂ ਦੇ ਵਿੱਚ ਲਾਲਸਾ ਹੁੰਦੀ ਹੈ, ਮੈਂ ਆਪਣੇ ਪੁੱਤਰ ਨੂੰ ਵੇਖ ਜੀਵਾਂ। ਸਾਰਿਆਂ ਨਾਲੋਂ ਵੱਡੀ ਲਾਲਸਾ ਇਹ ਹੁੰਦੀ ਹੈ ਮੇਰੇ ਘਰ ਵਿੱਚ ਪੁੱਤਰ ਹੋਵੇ। ਇੱਕ ਸਮੇਂ ਨਾ ਭਗਵਾਨ ਰਾਮਚੰਦਰ ਜੀ ਦੀ ਭੈਣ ਔਰ ਦਸ਼ਰਥ ਉਹਦੀ ਬਤੀਤ ਹੋਇਆ, ਸ਼ਾਦੀ ਹੋਈ ਨੂੰ ਬੜੇ ਥਾਵਾਂ ਤੇ ਭਟਕਦੇ ਫਿਰਦੇ ਨੇ ਵੀ ਕਿਤੋਂ ਪੁੱਤਰ ਦੀ ਖੈਰ ਝੋਲੀ ਵਿੱਚ ਪੈ ਜਾਵੇ। ਕਿਸੇ ਨੇ ਲਿਖਿਆ ਮਾਵਾਂ ਭਾਵੇਂ ਪਰੀਆਂ ਦੇ ਰੂਪ ਵਿੱਚ ਹੋਣ, ਬੜੀਆਂ ਸੁੰਦਰ ਹੋਣ ਮਾਵਾਂ, ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਗੱਡ ਗੱਡ ਭਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਹਾਰ ਨਾ ਹੋਵੇ। ਉਸ ਮਾਂ ਦਾ ਕਦੇ ਸ਼ਿੰਗਾਰ ਪੂਰਾ ਨਹੀਂ ਹੋਇਆ ਕਰਦਾ ਜਿਸ ਮਾਂ ਦੇ ਕੋਲ ਆਪਣਾ ਵੇਖਣ ਨੂੰ ਪੁੱਤਰ ਨਹੀਂ। ਉਹ ਜੋੜੀ ਦੇ ਉਤੋਂ ਪਾਣੀ ਵਾਰ ਕੇ ਪੀਵਾਂ।
ਪਰ ਬਹੁਤ ਔਖਾ ਹੁੰਦਾ ਜਦੋਂ ਉਹ ਵੇਖਣ ਤੋਂ ਪਹਿਲਾਂ ਹੀ ਪੁੱਤਰ ਚਲੇ ਜਾਂਦੇ ਨੇ। ਵਿਛੋੜਾ ਸੁਣੈ ਦੁੱਖ ਵਿਣ ਡੱਠੇ ਮਰਿਓਂਦ, ਬਾਝ ਪਿਆਰੇ ਆਪਣੇ ਬਿਰਹੀ ਨਾ ਦਰੋਂਦ। ਉਹ ਕਿਵੇਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ। ਸਾਧ ਸੰਗਤ, ਉਹ ਮਾਂ ਦੇ ਘਰ ਵੀ ਹੁਣ ਇਸ ਦਸ਼ਰਥ ਦੇ ਕੋਲ ਕੋਈ ਪੁੱਤਰ ਨਹੀਂ ਸੀ, ਦਾਤਾਂ ਦਿੰਦਾ, ਆਪਣੇ ਭਗਤਾਂ ਰਾਹੀਂ ਦਾਤਾਂ ਦਿਆ ਕਰਦਾ। ਕਹਿਣ ਲੱਗੇ ਵੀ ਦੱਸੋ ਕੀ ਚਾਹੀਦਾ। ਪੁੱਤਰ ਦੀ ਦਾਤ ਚਾਹੀਦੀ ਹੈ। ਕੁਝ ਸਮਾਂ ਮਹਾਂਪੁਰਸ਼ ਅੰਤਰ ਧਿਆਨ ਹੋਏ, ਨੇਤਰ ਬੰਦ ਕੀਤੇ, ਨੇਤਰ ਖੋਲੇ, ਕਹਿਣ ਲੱਗੇ ਭੈਣ ਤੁਹਾਡੇ ਘਰ ਪੁੱਤਰ ਤਾਂ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਤੁਸੀਂ ਪੁੱਤਰ ਨੂੰ ਵੇਖ ਸਕਦੇ ਆ ਨਾ। ਆਪਣੇ ਇਸ ਕੰਨਾਂ ਨਾਲ ਆਪਣੇ ਪੁੱਤਰ ਦੀ ਆਵਾਜ਼ ਤਾਂ ਸੁਣ ਸਕਦੇ ਆ। ਕੋਈ ਗੱਲ ਨਹੀਂ, ਜੇ ਮਨਾਖੇ ਹੁੰਨੇ, ਅਸੀਂ ਅੰਨਾ ਅੱਖਾਂ ਤੋਂ ਅੰਨੇ ਹੁੰਨੇ ਆ, ਕੋਈ ਗੱਲ ਨਹੀਂ, ਸਾਨੂੰ ਪੁੱਤਰ ਦੀ ਦਾਤ ਦਿਓ ਜ਼ਰੂਰ। ਮਹਾਂਪੁਰਸ਼ਾਂ ਨੇ 7 ਵਚਨ ਉਹ ਕਹਿਣ ਲੱਗੇ, ਪਤੀ ਔਰ ਪਤਨੀ 7 ਵਚਨ ਕਹਿੰਦਿਆਂ ਸਮਾਂ ਪਿਆ, ਘਰ ਵਿੱਚ ਪੁੱਤਰ ਹੋਇਆ ਜਿਹਦਾ ਨਾਮ ਰੱਖਿਆ ਗਿਆ ਸਰਵਣ। ਸਰਵਣ ਨਾਮ ਕਰਕੇ ਪੁੱਤਰ ਨੇ ਜਨਮ ਲਿਆ। ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਸੀ ਵੀ ਇਸ ਤਰ੍ਹਾਂ ਹੋਵੇਗਾ, ਜਦੋਂ ਤੁਹਾਡੇ ਘਰ ਪੁੱਤਰ ਜਨਮ ਹੋਊਗਾ ਨਾ, ਤੁਸੀਂ ਦੋਵੇਂ ਪਤੀ ਔਰ ਪਤਨੀ ਅੱਖਾਂ ਤੋਂ ਮਨਾਖੇ ਹੋ ਜਾਓਗੇ। ਤੁਸੀਂ ਆਪਣੇ ਪੁੱਤਰ ਨੂੰ ਵੇਖ ਨਹੀਂ ਸਕਦੇ। ਦੇਖੋ ਮਾਂ ਦੀ ਮਮਤਾ, ਭਾਵੇਂ ਅੱਖਾਂ ਤੋਂ ਅੰਨੇ ਹੋ ਗਏ, ਪਰ ਆਪਣੇ ਪੁੱਤਰ ਦੀ ਲੋਚਨਾ ਕੀਤੀ ਵੀ ਸਾਡੇ ਘਰ ਵੀ ਪੁੱਤਰ ਹੋਵੇ। ਸਾਧ ਸੰਗਤ, ਉਵੇਂ ਹੀ ਹੋਇਆ ਜਦੋਂ ਪੁੱਤਰ ਨੇ ਜਨਮ ਲਿਆ। ਦੋਵਾਂ ਜਾਣਿਆਂ ਦੀਆਂ ਅੱਖਾਂ ਹੋ ਗਏ। ਹੁਣ ਪੁੱਤਰ ਪਾਲ ਪੋਸ ਕੇ ਵੱਡਾ ਕੀਤਾ, ਜਿਸ ਦਾ ਨਾਮ ਸਰਵਣ ਰੱਖਿਆ ਗਿਆ। ਉਹ ਸਰਵਣ ਭਗਤਾਂ ਬਾਅਦ ਵਿੱਚ ਬਣਿਆ ਜਦੋਂ ਚੋਟਾਂ ਵੱਜੀਆਂ। ਪਹਿਲਾਂ ਨਾਮ ਸਰਵਣ ਸੀ, ਭਗਤ ਬਾਅਦ ਵਿੱਚ ਬਣਦਾ। ਸਮਾਂ ਬੀਤਦਾ ਜਾਂਦਾ। ਹੁਣ ਅੱਖਾਂ ਤੋਂ ਮਨਾਖੇ ਅੰਨਿਆਂ ਦੀਆਂ ਆਪਣੇ ਮਾਂ ਪਿਤਾ ਦੀਆਂ ਸੇਵਾ ਕਰਦਾ। ਉਹ ਬੜਾ ਵੀ ਇਹ ਕੀ ਗੱਲ ਵੀ ਕਿਹੋ ਜਿਹਾ ਇਹਦਾ ਮੁੱਖ ਹੈ, ਕਿੰਨਾ ਕਰੋਪ ਹੈ ਇਹਦੇ ਮੁੱਖ ਤੇ। ਬੜਾ ਡਰਾਵਣਾ ਚਿਹਰਾ ਸੀ। ਉਹ ਆਪਣੀ ਇਹ ਰੀਅਲ ਸਟੋਰੀ ਦੇ ਵਿੱਚ, ਹੱਡ ਬੀਤੀ ਦੇ ਵਿੱਚ ਲਿਖਦਾ ਵੀ ਮੈਂ ਆਪਣੀ ਮਾਂ ਨੂੰ ਜਦੋਂ ਵਿੱਚ ਮਾਪਿਆਂ ਨੂੰ ਬੁਲਾਇਆ ਜਾਂਦਾ ਤੇ ਮੇਰੀ ਮਾਂ ਵੀ ਜਾਂਦੀ, ਤੇ ਜਦੋਂ ਉੱਥੇ ਮੇਰੀ ਮਾਂ ਜਾਂਦੀ ਤੇ ਪਤਾ ਲੱਗਦਾ ਵੀ ਇਹ ਇਹਦੀ ਮਾਂ ਹੈ, ਤੇ ਕਹਿੰਦਾ ਮੈਂ ਆਪਣੇ ਆਪ ਨੂੰ ਬੜਾ ਮਹਿਸੂਸ ਕਰਨਾ ਵੀ ਮੈਂ ਕਿਹੋ ਜਿਹੀ ਮਾਂ ਦਾ ਪੁੱਤ ਹਾਂ। ਬੜਾ ਆਪਦੇ ਆਪ ਨੂੰ ਕਹਿਣ ਲੱਗਿਆ। ਉਹ ਆਪਣੀ ਸਟੋਰੀ ਵਿੱਚ ਲਿਖਦਾ, ਆਪਣੀ ਹੱਡ ਬੀਤੀ ਵਿੱਚ ਲਿਖਦਾ ਵੀ ਆਪਣੀ ਮਾਂ ਨੂੰ ਬੜਾ ਮੈਂ ਕਹਿਣਾ ਵੀ ਉਹਦੇ ਛੋਟੇ ਛੋਟੇ ਬੱਚੇ, ਹੁਣ ਉਹਨੂੰ ਨਹੀਂ ਸੀ ਪਤਾ ਵੀ ਇਹ ਮੇਰੇ ਪੁੱਤ ਦੇ ਪੁੱਤਰ ਨੇ। ਜਦੋਂ ਵੇਖਦਾ ਵੀ ਮਾਂ ਤਾਂ ਮੇਰੀ ਇੱਥੇ ਵੀ ਪਹੁੰਚ ਗਈ, ਉੱਥੋਂ ਵੀ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ। ਕੁਝ ਇਹੋ ਜਿਹੇ ਵੀ ਬੱਚੇ ਹੁੰਦੇ ਨੇ, ਪਰ ਸਾਰੇ ਨਹੀਂ। ਕੁਝ ਸਰਵਣ ਭਗਤ ਜਿਨ੍ਹਾਂ ਦਾ ਪ੍ਰਵਾਨ ਦਿੰਦੇ ਆ ਵੀ ਸਰਵਣ ਭਗਤ ਹੀ ਹੈ ਤਾਂ ਮੇਰਾ ਪੁੱਤਰ, ਇਹੋ ਜਿਹੇ ਪੁੱਤਰ ਵੀ ਹੁੰਦੇ ਨੇ। ਤੇ ਸਾਧ ਸੰਗਤੋਂ ਕਹਿਣ ਲੱਗਿਆ ਵੀ ਤੂੰ ਮਾਂ ਮੇਰੇ ਸਾਹਮਣੇ ਤੈਨੂੰ ਕਿਹਾ ਵੀ ਨਾ ਆਇਆ ਕਰ, ਤੂੰ ਬੜਾ ਡਰਾਵਣਾ ਜਿਹੜਾ ਤੇਰੀ ਇੱਕ ਅੱਖ ਕਾਣੀ ਹੈ, ਤੇ ਤੂੰ ਇਉਂ ਨਾ ਕਰ ਵੀ ਮੇਰੇ ਮੂਹਰੇ ਨਾ ਆਇਆ ਕਰ। ਉਹ ਜਦੋਂ ਹੁਣ ਦਰਵਾਜ਼ਾ ਖੋਲ੍ਹ ਕੇ ਵੇਖਦਾ, ਕਹਿਣ ਲੱਗੀ ਨਾ ਪੁੱਤਰ ਬਸ ਠੀਕ ਹੈ, ਮੈਂ ਤੈਨੂੰ ਦੇਖਣ ਵਾਸਤੇ ਆਈ ਸੀ, ਬਸ ਮੈਂ ਤੇਰੇ ਅੰਦਰ ਨਹੀਂ ਜਾਣ ਲੱਗੀ, ਤੇਰੇ ਘਰ ਦੇ ਵਿੱਚ ਅੰਦਰ ਨਹੀਂ ਜਾਣ ਲੱਗੀ, ਬਸ ਤੈਨੂੰ ਦੇਖ ਲਿਆ, ਗੇਟ ਲਾ ਲਾ, ਮੈਂ ਚੱਲੀ ਆ। ਫਿਰ ਉਹ ਆਪਣੇ ਨਗਰ ਵਿੱਚ ਆ ਜਾਂਦੀ ਹੈ। ਜਿੱਥੇ ਉਹ ਛੋਟਾ ਹੁੰਦਾ ਪੜ੍ਹਿਆ ਸੀ, ਉਹ ਆਪਣੀ ਹੱਡ ਬੀਤੀ ਵਿੱਚ ਲਿਖਦਾ ਵੀ ਜਿੱਥੇ ਮੈਂ ਛੋਟਾ ਹੁੰਦਾ ਪੜ੍ਹਿਆ ਸੀ, ਤੇ ਉਹ ਸਕੂਲ ਦੇ ਵਿੱਚ ਮਾਸਟਰਾਂ ਵੱਲੋਂ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ। ਉੱਥੇ ਮੈਨੂੰ ਵੀ ਸੱਦਾ ਦਿੱਤਾ ਗਿਆ ਵੀ ਤੂੰ ਵੀ ਆਈ। ਇਸ ਸਕੂਲ ਦੇ ਵਿੱਚ ਪੜ੍ਹ ਕੇ ਗਿਆ। ਉਹਨੂੰ ਫਿਰ ਮਜਬੂਰੀ ਕਾਰਨ ਆਪਣੇ ਇਸ ਨਗਰ ਦੇ ਵਿੱਚ ਆਉਣਾ ਪਿਆ। ਨਗਰ ਦੇ ਵਿੱਚ ਆਉਣਾ ਪਿਆ ਜਦੋਂ
ਉਹਦੀ ਮਾਂ ਨੂੰ ਇਹ ਪਤਾ ਲੱਗਿਆ ਵੀ ਹੁਣ ਮੇਰਾ ਪੁੱਤਰ ਇੱਥੇ ਜ਼ਰੂਰ ਆਊਗਾ। ਉਹਨੇ ਚਿੱਠੀ ਲਿਖ ਕੇ ਨਾ ਆਪਣੇ ਗੁਆਂਢੀਆਂ ਨੂੰ ਫੜਾ ਦਿੱਤੀ ਵੀ ਜਦੋਂ ਮੇਰਾ ਪੁੱਤਰ ਇਸ ਘਰ ਦੇ ਵਿੱਚ ਆਵੇ ਹੋਰ ਕੁਝ ਨਹੀਂ, ਬਸ ਉਹਨੂੰ ਆਹ ਚਿੱਠੀ ਦੇ ਦਿਓ। ਉਹ ਪਤਾ ਸੀ ਹੁਣ ਮਾਂ ਨੂੰ ਵੀ ਮੈਂ ਜਦ ਤੱਕ ਪਤਾ ਨਹੀਂ ਸਰੀਰ ਮੇਰਾ ਕੁਝ ਸਾਥ ਨਹੀਂ ਦਿੰਦਾ ਖਣੀ ਰਹਿਣਾ, ਮੈਂ ਨਹੀਂ ਰਹਿਣਾ। ਉਹ ਚਿੱਠੀ ਲਿਖ ਕੇ ਦੇ ਦਿੱਤੀ ਵੀ ਹਾਂ ਮੇਰਾ ਪੁੱਤਰ ਆਊਗਾ ਵੀ ਜ਼ਰੂਰ, ਇੱਥੇ ਪ੍ਰੋਗਰਾਮ ਰੱਖਿਆ ਸਕੂਲ ਦੇ ਵਿੱਚ। ਉਹ ਆਪਣੀ ਹੱਡ ਬੀਤੀ ਵਿੱਚ ਲਿਖਦਾ ਵੀ ਹਾਂ ਮੈਂ ਸਕੂਲ ਦੇ ਵਿੱਚ ਗਿਆ ਤੇ ਮੇਰੇ ਮਨ ਵਿੱਚ ਵੀ ਆਇਆ ਵੀ ਚੱਲ ਕੋਈ ਗੱਲ ਨਹੀਂ, ਮੇਰੀ ਜ਼ਮੀਨ ਹੈ, ਮੇਰਾ ਘਰ ਹੈ, ਜਾਂਦੇ ਜਾਂਦੇ ਆਪਾਂ ਮਾਂ ਨੂੰ ਤਾਂ ਨਹੀਂ ਆਪਣੀ ਵੇਖ ਚੱਲੀਏ ਮੇਰੀ ਜ਼ਮੀਨ ਮੇਰਾ ਘਰ ਕਿਵੇਂ ਹੈ, ਉਹ ਵੀ ਚਲੋ ਵੇਚ ਵੱਟ ਕੇ ਮੈਂ ਆਪਦਾ ਬਾਹਰ ਰਹਿਣ ਲੱਗ ਜਾ। ਉਹ ਕਹਿਣ ਲੱਗਿਆ, ਉਹਦੇ ਮਨ ਵਿੱਚ ਆਏ ਵੀ ਚੱਲ ਮੈਂ ਜਾ ਕੇ ਵੇਖਦਾ। ਜਦੋਂ ਚਲਿਆ ਜਾਂਦਾ ਘਰ ਜਾਂਦਾ ਵੇਖਦਾ ਵੀ ਮਾਂ ਕਿਤੇ ਇੱਧਰ ਵੇਖਦਾ ਹੋਵੇ ਕਦੇ ਉੱਧਰ ਹੋਵੇਗੀ। ਇਤਨੇ ਨੂੰ ਗਵਾਂਢੀ ਆਇਆ, ਉਹ ਦੱਸਣ ਲੱਗਿਆ ਵੀ ਤੇਰੀ ਮਾਂ ਮਰੀ ਨੂੰ 10 ਸਾਲ ਹੋ ਗਏ। ਵਾਹਿਗੁਰੂ ਤੇਰੀ ਮਾਂ ਮਰੀ ਨੂੰ ਸਾਲ ਹੋ ਚੁੱਕਿਆ ਹੈ ਤੇ ਉਹਨੇ ਇੱਕ ਆ ਚਿੱਠੀ ਲਿਖ ਕੇ ਤੇਰੇ ਵਾਸਤੇ ਛੱਡ ਕੇ ਗਈ ਹੈ, ਹੋਰ ਕੁਝ ਨਹੀਂ। ਆ ਇੱਕ ਚਿੱਠੀ ਹੈ, ਇਹਨੂੰ ਪੜ੍ਹ ਲੈ। ਉਹ ਚਿੱਠੀ ਜਦੋਂ ਪੜ੍ਹਦਾ ਹੈ ਨਾ, ਮਾਂ ਬੜੇ ਪਿਆਰ ਵਿੱਚ ਭਿੱਜ ਕੇ ਉਹ ਲਿਖਦੀ ਹੈ, ਕਹਿਣ ਲੱਗੀ ਪੁੱਤਰਾ ਜਿਸ ਕਾਰਨ ਕਰਕੇ ਤੂੰ ਮੈਨੂੰ ਅੱਜ ਤੱਕ ਨਫ਼ਰਤ ਕੀਤੀ ਹੈ, ਜਦੋਂ ਮੈਂ ਇਸ ਘਰ ਵਿੱਚ ਵਿਆਹੀ ਆਈ ਸਾਂ ਨਾ, ਮੈਂ ਬੜੀ ਸੋਹਣੀ ਸੀ, ਮੇਰੀ ਅੱਖ ਵੀ ਦੋਨੇ ਠੀਕ ਸੀ, ਪਰ ਤੂੰ ਪੁੱਤਰਾ ਛੋਟਾ ਹੁੰਦਾ ਖੇਡਦਾ ਪਿਆ ਸੀ, ਖੇਡਦੇ ਖੇਡਦੇ ਵਿੱਚ ਤੇਰੇ ਅੱਖ ਵਿੱਚ ਡੱਕਾ ਵੱਜਿਆ, ਤੇਰੀ ਅੱਖ ਨਿਕਲ ਗਈ ਤੇ ਡਾਕਟਰਾਂ ਦੇ ਕੋਲ ਲੈ ਕੇ ਗਈ। ਉਹ ਆਪਣੀ ਹੱਡ ਬੀਤੀ ਵਿੱਚ ਲਿਖਦਾ ਹੈ, ਉਹ ਕਹਿੰਦਾ ਵੀ ਮੈਂ, ਮਾਂ ਕਹਿੰਦੀ ਹੈ ਚਿੱਠੀ ਦੇ ਵਿੱਚ ਮੈਂ ਤੈਨੂੰ ਡਾਕਟਰਾਂ ਕੋਲ ਲੈ ਕੇ ਗਈ। ਉਹ ਕਹਿੰਦੀ ਹੈ, ਉਹ ਡਾਕਟਰ ਕਹਿੰਦੇ ਨੇ ਵੀ ਤੇਰੀ ਇਹ ਪੁੱਤਰ ਦੀ ਅੱਖ ਬਚ ਸਕਦੀ ਹੈ, ਪਰ ਇੱਕ ਅੱਖ ਇਹ ਕਿਸੇ ਹੋਰ ਦੀ ਪਾਉਣੀ ਪਵੇਗੀ। ਤੇ ਪੁੱਤਰਾ ਇਹ ਅੱਖ ਮੈਂ ਜਦੋਂ ਇਸ ਘਰ ਵਿੱਚ ਆਈ ਸੀ ਦੋਨੇ ਅੱਖਾਂ ਮੇਰੀਆਂ ਸਹੀ ਸਲਾਮਤ ਸੀ, ਤੇ ਪੁੱਤਰਾ ਤੂੰ ਵੇਖਦਾ ਸਾਰੀ ਜ਼ਿੰਦਗੀ ਮੈਥੋਂ ਨਫ਼ਰਤ ਕੀਤੀ ਹੈ ਵੀ ਤੂੰ ਇੱਕ ਅੱਖ ਤੋਂ ਕਾਣੀ ਹੈ, ਤੇ ਪੁੱਤਰਾ ਮੇਰੀਆਂ ਦੋਨੇ ਅੱਖਾਂ ਵੀ ਸਨ, ਇਹ ਤਾਂ ਤੂੰ ਖੇਡਦਾ ਖੇਡਦਾ ਤੇਰੇ ਅੱਖ ਵਿੱਚ ਡੱਕਾ ਵੱਜਿਆ, ਮੈਂ ਆਪਣੀ ਅੱਖ ਕੱਢ ਤੇਰੇ ਅੱਖ ਵਿੱਚ ਪਵਾਈ। ਜਦੋਂ ਇੰਨੀ ਗੱਲ ਸੁਣੀ ਨਾ, ਹੁਣ ਭੁੱਬਾ ਮਾਰ ਮਾਰ ਰੋਂਦਾ ਵੀ ਮੇਰੀ ਮਾਂ ਚਲੀ ਗਈ ਛੱਡ ਕੇ। ਸਾਧ ਸੰਗਤ ਇੰਨੀ ਮਮਤਾ ਹੁੰਦੀ ਹੈ ਆਪਣੇ ਪੁੱਤ। ਬਿਲਕੁਲ ਠੀਕ ਸਨ, ਸਹੀ ਸੁੰਦਰ ਸਾਫ਼ ਸੀ ਅਸੀਂ, ਕੋਈ ਸਾਡੇ ਵਿੱਚ ਕੋਈ ਕਾਜ ਨਹੀਂ ਸੀ, ਪਰ ਤੈਨੂੰ ਵੇਖਣ ਲਈ ਨਾ ਇੱਕ ਸਾਡੇ ਇੱਥੇ ਮਹਾਂਪੁਰਸ਼ ਆਏ, ਅਸੀਂ ਉਹਨਾਂ ਤੋਂ ਪੁੱਤਰ ਦੀ ਮੰਗ ਕੀਤੀ। ਉਹਨਾਂ ਨੇ ਨੇਤਰ ਬੰਦ ਕਰਕੇ ਥੋੜ੍ਹੇ ਸਮੇਂ ਬਾਅਦ ਸਾਨੂੰ ਦੱਸਿਆ ਵੀ ਤੇਰੇ ਘਰ ਪੁੱਤਰ ਤਾਂ ਹੋ ਸਕਦਾ ਹੈ, ਪਰ ਜਦੋਂ ਪੁੱਤਰ ਹੋਊਗਾ ਨਾ ਤਾਂ ਤੁਸੀਂ ਅੱਖਾਂ ਤੋਂ ਮਨਾਖੇ ਹੋ ਜਾਓਗੇ, ਉਸ ਪੁੱਤਰ ਨੂੰ ਵੇਖ ਨਹੀਂ ਸਕਦੇ। ਪੁੱਤਰਾ ਕਹਿਣ ਲੱਗੀ ਵੀ ਅਸੀਂ ਸਾਰੇ ਸਹੀ ਸਲਾਮਤ ਸੀ, ਪਰ ਤੈਨੂੰ ਵੇਖਣ ਵਾਸਤੇ, ਤੈਨੂੰ ਜਨਮ ਦੇਣ ਵਾਸਤੇ ਅਸੀਂ ਅੱਖਾਂ ਤੋਂ ਮਨਾਖੇ ਹੋਏ ਆ। ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਸਭ ਕੁਝ ਠੀਕ ਠਾਕ ਸੀ। ਜਦੋਂ ਇੰਨੀ ਗੱਲ ਦਾ ਪਤਾ ਲੱਗਿਆ ਸਰਵਣ ਪੁੱਤਰ ਨੂੰ, ਫਿਰ ਚੋਟ ਵੱਜੀ। ਫਿਰ ਤਦ ਤੋਂ ਵੇਖ ਲਓ ਸਾਧ ਸੰਗਤ, ਇੱਕ ਵਹਿੰਗੀ ਬਣਾ ਕੇ ਨਾ ਆਪਣੇ ਦੋਵੇਂ ਮਾਂ ਪਿਓ ਨੂੰ ਇੱਕ ਉਧਰਲੇ ਪਾਸੇ ਬਿਠਾਇਆ, ਇੱਕ ਉਧਰਲੇ ਆਪਣੀ ਮਾਂ ਨੂੰ ਇੱਕ ਪਾਸੇ ਬਿਠਾਇਆ, ਦੋਵਾਂ ਦੀ ਵਹਿੰਗੀ ਚੱਕ ਕੇ। ਤੇ ਵੇਖ ਲਓ ਸਾਧ ਸੰਗਤ ਸਾਰੀਏ ਭਗਤ ਸਰਵਣ ਪੁੱਤਰ ਨੇ ਆਪਣੇ ਮਾਂ ਪਿਓ ਦੀ ਯਾਤਰਾ ਕਰਵਾਈ ਵਹਿੰਗੀ ਦੇ ਵਿੱਚ ਪਾ ਕੇ। ਤੇ ਸਾਧ ਸੰਗਤ 4 ਤੀਰਥ ਬਾਕੀ ਰਹਿ ਗਏ ਨੇ, ਜਿੱਥੇ ਜਿੱਥੇ ਹੁਣ ਲੈ ਕੇ ਜਾਂਦਾ ਸਾਰਿਆਂ ਨਾਲੋਂ ਪਹਿਲਾਂ ਖਾਣ ਪੀਣ ਵੇਖਦਾ, ਮਾਂ ਪਿਓ ਦੀ ਸੇਵਾ ਕਰਦਾ। ਤੇ ਹੁਣ 4 ਤੀਰਥ ਬਾਕੀ ਰਹਿ ਗਏ ਨੇ। ਇੱਕ ਦਰਿਆ ਦੇ ਕਿਨਾਰੇ ਬੈਠੇ ਨੇ। ਪਤਾ ਲੱਗਿਆ ਪੁੱਤਰਾ ਜੰਗਲ ਦੇ ਵਿੱਚ, ਪੁੱਤਰਾ ਬੜੀ ਭੁੱਖ ਲੱਗੀ ਹੈ ਸਰਵਣ, ਬੜੀ ਪਿਆਸ ਲੱਗੀ ਹੈ। ਵਹਿੰਗੀ ਰੱਖ ਕੇ ਪਾਣੀ ਦੀ ਢੂੰਡ ਦੇ ਵਿੱਚ ਵੇਖਦਾ ਦਰਿਆ ਵਗਦਾ, ਪਾਣੀ ਲੈਣ ਲਈ ਜਾਂਦਾ। ਪਾਣੀ ਦਾ ਕਟੋਰਾ ਲੈਣ ਵਾਸਤੇ ਉਹ ਸਰਵਣ ਪੁੱਤਰ ਜਾਂਦਾ। ਸਾਧ ਸੰਗਤ ਜੀ ਇੰਨੇ ਨੂੰ ਇਸੇ ਰਾਮਚੰਦਰ ਦੇ ਭਰਾ ਦਸ਼ਰਥ, ਇਹਦੀ ਭੈਣ ਦਾ ਭਰਾ ਸੀ ਦਸ਼ਰਥ, ਉਹ ਕਹਿਣ ਲੱਗੀ ਆਪਣੇ ਭਰਾ ਨੂੰ, ਇਹ ਨਹੀਂ ਸੀ ਪਤਾ ਵੀ ਕੌਣ ਹੈ, ਕਹਿਣ ਲੱਗਿਆ ਵੀ ਤੂੰ ਸਾਡਾ ਸਰਵਣ ਪੁੱਤਰ ਤਾਂ ਨਹੀਂ ਲੱਗਦਾ, ਸਾਡਾ ਸਰਵਣ ਪੁੱਤਰ ਦੀ ਤਾਂ ਇਹ ਆਵਾਜ਼ ਹੀ ਨਹੀਂ, ਤੂੰ ਉਹਦੀਆਂ ਵਰਗੀਆਂ ਆਵਾਜ਼ਾਂ ਕੱਢਦਾ, ਦੱਸ ਕੌਣ ਹੈ। ਕਹਿਣ ਲੱਗਿਆ ਭੈਣ ਮੈਂ ਤੇਰਾ ਭਰਾ ਦਸ਼ਰਥ, ਤੇ ਮੈਂ ਤੇਰਾ ਭਰਾ ਵਾਂ ਦਸ਼ਰਥ,
ਤੇ ਤੂੰ ਆਉਂ ਕਰ ਵੀ ਆ ਪਾਣੀ ਪੀ ਲੈ। ਕਹਿਣ ਲੱਗੇ ਸਾਡਾ ਪੁੱਤਰ ਕਿੱਥੇ ਹੈ ਸਰਵਣ? ਸਰਵਣ ਪੁੱਤਰ ਕਿੱਥੇ? ਸਾਧ ਸੰਗਤ ਉਹ ਕਹਿਣ ਲੱਗਿਆ ਭੈਣ ਉਹ ਤਾਂ ਮੇਰੇ ਹੱਥੋਂ ਮੇਰੇ ਕਮਾਨ ਵਿੱਚੋਂ ਘਣਾ ਜੰਗਲ ਸੀ, ਮੈਨੂੰ ਪਤਾ ਨਹੀਂ ਲੱਗਿਆ। ਮੇਰੇ ਤੀਰ ਦੇ ਵਿੱਚੋਂ ਮੈਂ ਸ਼ਿਕਾਰ ਕਰਨ ਵਾਸਤੇ ਆਇਆ ਸੀ, ਘਣਾ ਜੰਗਲ ਹੋਣ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਵੀ ਕੋਈ ਸ਼ਿਕਾਰ ਹੈ ਜਾਂ ਕੋਈ ਮਨੁੱਖੀ ਜੀਵ ਵਿੱਚ ਹੈ। ਮੈਥੋਂ ਉਹਦੇ ਤੀਰ ਵੱਜਿਆ, ਉਹ ਉੱਥੇ ਹੀ ਮਰ ਗਿਆ। ਜਦੋਂ ਸੁਣਿਆ ਵੀ ਮੇਰਾ ਪੁੱਤਰ ਸਰਵਣ ਮਰ ਗਿਆ, ਸਾਧ ਸੰਗਤ ਜਦੋਂ ਉਹ ਮਾਵਾਂ ਦੇ ਵਿੱਚੋਂ ਉਹ ਮਾਂ ਦੇ ਅੰਦਰੋਂ ਮਾਤਾ ਗੁਰਦੇਵ ਪਿਤਾ ਮਹਾਰਾਜ ਜੀ ਨੇ ਜੇ ਸਾਰਿਆਂ ਨਾਲੋਂ ਪਹਿਲਾਂ ਦਰਜਾ ਦਿੱਤਾ ਮਾਤਾ ਨੂੰ ਦਿੱਤਾ ਗੁਰੂ ਦਾ ਮਾਤਾ ਨੂੰ। ਗੁਰਦੇਵ ਮਾਤਾ ਗੁਰਦੇਵ ਜੀ ਨੇ ਕਿਹਾ ਗੁਰਦੇਵ ਸਵਾਮੀ ਪਰਮੇਸ਼ਰਾ। ਤੀਜੇ ਨੰਬਰ ਤੇ ਮਹਾਰਾਜ ਜੀ ਨੇ ਫਿਰ ਆਪਦੇ ਆਪ ਨੂੰ ਦਰਜਾ ਦਿੱਤਾ। ਸਾਰਿਆਂ ਨਾਲ ਇਹ ਮਮਤਾ ਹੁੰਦੀ ਹੈ ਮਾਂ ਦੀ ਆਪਣੇ ਪੁੱਤਰ ਨਾਲ, ਕਿਉਂਕਿ ਮਹਾਰਾਜ ਉਹ ਵਿਛੋੜੇ ਜਰੇ ਨਹੀਂ ਜਾਂਦੇ ਉਹ ਮਾਵਾਂ ਕੋਲੋਂ। ਸਾਰੇ ਪੜ੍ਹ ਲਓ ਪਿਆਰ ਨਾਲ। ਉਹ ਤਾਹਾਂ ਮਾਰਦੀਆਂ ਨੇ ਮਾਵਾਂ, ਮਾਰ ਰੋਂਦੀਆਂ ਨੇ ਮਾਵਾਂ, ਰੋਂਦੀਆਂ ਨੇ ਮਾਵਾਂ। ਸੌਖੇ ਨਹੀਂ ਹੁੰਦੇ ਪੁੱਤ ਤੋਰਨੇ, ਤਾਹਾਂ ਮਾਰ ਰੋਂਦੀਆਂ ਨੇ ਮਾਵਾਂ। ਸੌਖੇ ਨਹੀਂ ਹੁੰਦੇ ਪੁੱਤ ਤੋਰਨੇ ਨੇ ਮਾਂ ਸੌਖੇ ਨਹੀਂ ਹੁੰਦੇ। ਸੌਖੇ ਨਹੀਂ ਹੁੰਦੇ ਪੁੱਤ ਤੋਰਨੇ, ਤਾਹਾਂ ਮਾਰ ਰੋਂਦੀਆਂ ਨੇ ਮਾਵਾਂ ਸੌਖੇ ਨਹੀਂ ਹੁੰਦੇ। ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ। ਇਹ ਤਾਂ ਜਿਸ ਮਹਾਰਾਜ ਜੀ ਮੈਨੂੰ ਰਾਤ ਬੜਾ ਭੈੜਾ ਸੁਪਨਾ ਆਇਆ। ਇਹ ਛੋਟੇ ਛੋਟੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੀਹਾਂ ਦੇ ਵਿੱਚ ਜਿਣੇ ਜਾ ਰਹੇ ਨੇ, ਔਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪਾ ਰਹੇ ਨੇ। ਕੀ ਗੱਲ ਮਹਾਰਾਜ ਇਹੋ ਜਿਹੇ ਸੁਪਨੇ? ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਜੀ ਤਾਂ ਇਹ ਸੁਪਨੇ ਨਹੀਂ, ਇਹ ਇੱਕ ਨਾ ਇੱਕ ਦਿਨ ਸੱਚ ਹੋਣਾ। ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਇੱਕ ਦਿਨ ਸੁਪਨੇ ਸੱਚ ਹੋਣਗੇ, ਇਸੇ ਤਰ੍ਹਾਂ ਹੋਣਾ ਤੇਰੇ ਪੁੱਤਰਾਂ ਨਾਲ। ਅੱਛਾ ਮਹਾਰਾਜ ਜੀ ਜੇ ਇਉਂ ਗੱਲ ਹੈ ਨਾ ਵੀ ਮੇਰੇ ਪੁੱਤਰ ਐਵੇਂ ਸ਼ਹੀਦੀਆਂ ਪਾਉਣਗੇ, ਮਹਾਰਾਜ ਫਿਰ ਮੈਂ ਇਹ ਚੀਜ਼ਾਂ ਮੈਂ ਨਹੀਂ ਵੇਖ ਸਕਦੀ, ਮੈਥੋਂ ਇਹ ਦੁੱਖ ਸਹੇ ਨਹੀਂ ਜਾਣੇ। ਕਿਉਂਕਿ ਮਹਾਰਾਜ ਭਾਈ ਗੁਰਦਾਸ ਜੀ ਵੀ ਆਖਦੇ ਨੇ, ਮਹਾਰਾਜ ਕਹਿੰਦੇ ਨਾਲ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਇਹ ਮਾਵਾਂ ਨਾਲ ਜਿਹੜਾ ਪੁੱਤਰਾਂ ਦਾ ਰੱਬ ਦੇ ਕੇਲਾ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੇ ਗੱਲ ਹੀ ਰੱਬ ਕੀਆਂ। ਆਓ ਇਹ ਸਾਰਿਆਂ ਨੇ ਅਰਦਾਸ ਕਰਨੀ ਹੈ, ਮਹਾਰਾਜ ਕਿਰਪਾ ਕਰਿਓ ਉਸ ਛੋਟੇ ਜਿਹੇ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਆਓ ਸਾਰੇ ਪੜੋ ਪਿਆਰ ਨਾਲ। ਉਸ ਤੋਂ ਉਪਰੰਤ ਫਿਰ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ। ਉਹ ਜੋ ਚਿਤ ਚੇਤੇ ਵੀ ਨਾ ਸੀ ਰੱਬ ਨੇ ਗੱਲਾਂ ਕੀਤੀਆਂ, ਚਿਤ ਚੇਤੇ ਵੀ ਨਾ ਸੀ ਰੱਬ ਨੇ ਗੱਲਾਂ ਕੀਤੀਆਂ। ਗੱਲਾਂ ਕੀਤੀਆਂ ਜੋ ਚਿਤ ਚੇਤੇ ਵੀ ਨਾ ਸੀ ਰੱਬ ਨੇ ਗੱਲਾਂ ਕੀਤੀਆਂ, ਚਿਤ ਚੇਤੇ ਵੀ ਨਾ ਸੀ ਰੱਬ ਨੇ ਗੱਲਾਂ ਕੀਤੀਆਂ। ਉਹ ਚੇਤੇ ਵੀ ਨਾ ਸੀ ਰੱਬ ਨੇ ਗੱਲਾਂ ਕੀਤੀਆਂ, ਉਹ ਚੇਤੇ ਵੀ ਨਾ ਸੀ ਰੱਬ ਨੇ ਗੱਲਾਂ ਕੀਤੀਆਂ। ਜੋ ਚਿਤ ਚੇਤੇ ਵੀ ਨਾ ਸੀ ਰੱਬ ਨੇ ਗੁਰਦਾ ਪਾਏ ਹੈ ਜਸੇਤੀ ਮਨ ਵਡੀਆਂ ਵਾਦਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ